किसी भी मुद्दे की हो बात, हम नहीं डरे, नहीं झुके। धर्म या राजनीति की हो खबर, हमेशा बने आपकी आवाज। आपके विश्वास ने ही बनाया हमें निडर। 6 राज्य, एक अखबार, दैनिक सवेरा, अंधेरे से उजाले की ओर। DS ਸਵੇਰਾ TV ਲੈ ਕੇ ਆਇਆ ਸਵੇਰਾ ਨੈਟ ਬ੍ਰੌਡਬੈਂਡ, ਜਿਸ ਵਿੱਚ ਤੁਹਾਨੂੰ ਮਿਲੇਗਾ ਡਬਲ ਸਪੀਡ ਧਮਾਕਾ ਆਫਰ, ਫ੍ਰੀ ਇੰਸਟਾਲੇਸ਼ਨ, ਪੇ ਫॉर 3 ਮੰਥ 6 ਮੰਥ, ਅਨਲਿਮਿਟਿਡ ਡਾਟਾ। ਸਾਡੀਆਂ ਇਹਨਾਂ ਸਕੀਮਾਂ ਦੇ ਨਾਲ ਤੁਸੀਂ ਲੈ ਸਕਦੇ ਹੋ ਬੇਹੱਦ ਲਾਭ। ਹੋਰ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 08069111000 ਤੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਵੇਰਾ ਸਿਟੀ ਪਠਾਨਕੋਟ ਤੇ ਮੈਂ ਹਾਂ ਤਾਨਾ। ਹਿਮਾਚਲ ਦੇ ਡਮਟਾਲ ਬੈਰੀਅਰ ਤੇ ਲਗਾਏ ਗਏ ਨਾਕੇ ਤੇ ਪੁਲਿਸ ਨੇ ਬਰਾਮਦ ਕੀਤਾ 2 ਕਰੋੜ ਰੁਪਏ ਕੈਸ਼ ਨੋਟ ਗਿਣਨ ਲਈ ਮੰਗਵਾਉਣੀ ਪਈ ਮਸ਼ੀਨ। ਪਠਾਨਕੋਟ ਸ਼ਹਿਰ ਵਿੱਚੋਂ ਗੁਜ਼ਰਦਿਆਂ ਤੇਜ਼ ਰਫ਼ਤਾਰ ਬੱਸਾਂ ਤੋਂ ਪਠਾਨਕੋਟ ਵਾਸੀ ਪਰੇਸ਼ਾਨ, ਪ੍ਰਸ਼ਾਸਨ ਨੂੰ ਕੀਤੀ ਇਸ ਦਾ ਹੱਲ ਲੱਭਣ ਦੀ ਅਪੀਲ। ਦੀਨਾਨਗਰ ਦੇ ਪਿੰਡ ਚੰਦਰਪਾਨ ਵਿਖੇ ਕਿਸਾਨਾਂ ਵੱਲੋਂ ਕਰਵਾਈ ਗਈ ਕਿਸਾਨ ਮਹਾਪੰਚਾਇਤ, ਕਿਸਾਨ ਆਗੂ ਰਾਕੇਸ਼ ਟਕੈਤ ਨੇ ਵੀ ਕੀਤੀ ਸ਼ਮੂਲੀਅਤ। ਤੇ ਹੁਣ ਖਬਰਾਂ ਵਿਸਥਾਰ 'ਚ। ਪੰਜਾਬ ਹਿਮਾਚਲ ਹੱਦ ਤੇ ਪੈਂਦੇ ਹਿਮਾਚਲ ਦੇ ਡਮਟਾਲ ਬੈਰੀਅਰ ਤੇ ਲਗਾਏ ਗਏ ਨਾਕੇ ਤੇ ਪੁਲਿਸ ਨੇ ਚੰਡੀਗੜ੍ਹ ਨੰਬਰ ਦੀ ਲਗਜ਼ਰੀ ਗੱਡੀ ਵਿੱਚੋਂ 2 ਕਰੋੜ ਰੁਪਏ ਦਾ ਕੈਸ਼ ਬਰਾਮਦ ਕੀਤਾ ਹੈ। ਗੱਡੀ 'ਚ ਸਵਾਰ ਚਾਲਕਾਂ ਮੁਤਾਬਿਕ ਉਹ ਚੰਡੀਗੜ੍ਹ ਤੋਂ ਜੰਮੂ ਕਸ਼ਮੀਰ ਜਾ ਰਹੇ ਸੀ। ਹਾਲਾਂਕਿ ਉਹਨਾਂ ਲੋਕਾਂ ਵੱਲੋਂ ਨਕਦੀ ਸੰਬੰਧੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਗੱਡੀ ਅਤੇ ਨਕਦੀ ਨੂੰ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 2 ਕਰੋੜ ਰੁਪਏ ਦੇ ਕੈਸ਼ ਵਿੱਚ 500 ਅਤੇ 2000 ਰੁਪਏ ਦੇ ਹੀ ਨੋਟ ਮਿਲੇ ਹਨ। ਮਸ਼ੀਨ ਜ਼ਰੀਏ ਪੁਲਿਸ ਨੇ ਵੀਡੀਓਗ੍ਰਾਫੀ ਕਰਕੇ ਨਕਦੀ ਦੀ ਗਿਣਤੀ ਕੀਤੀ ਹੈ। ਹਿਮਾਚਲ 'ਚ ਹੋਣ ਵਾਲੀਆਂ ਚੋਣਾਂ ਦੇ ਚੱਲਦਿਆਂ ਹਿਮਾਚਲ ਪੁਲਿਸ ਵੱਲੋਂ ਇਹ ਵੱਡੀ ਰਿਕਵਰੀ ਮਨੀ ਕੀਤੀ ਗਈ ਹੈ। ਪੁਲਿਸ ਮੁਤਾਬਿਕ ਗੱਡੀ ਦੇ ਵਿੱਚ 2 ਗੱਤੇ ਦੀਆਂ ਪੇਟੀਆਂ ਮਿਲੀਆਂ, ਜਿਸ ਵਿੱਚ 2 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਉੱਥੇ ਹੀ ਪੁਲਿਸ ਵੱਲੋਂ ਇਨਕਮ ਟੈਕਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ गई है। जो इलेक्शन की वजह से इंटर स्टेट नाका चेक पोस्ट लगे हुए हैं। हमारे पुलिस डिस्ट्रिक्ट नूरपुर में 15 चेक पोस्ट लगे हैं। उन्हीं में से एक चेक पोस्ट है हमारा तोकी, जो पुलिस स्टेशन अंताल के जुडिक्शन में पड़ता है। जो एक गाड़ी थी यहाँ पे ईसुजू, जब ये आई मौके पे तो उसको रोका गया और पूछताछ करने पे जब उसकी डिग्गी भी खुलवाई और गाड़ी की चेकिंग करी तो हमें सस्पिशियस एक बॉक्स वहाँ पे मिला, जिसका पूछताछ करने बताया गया कि इसमें कैश है। तो जब इसके चालक से जब और डिटेल में पूछताछ करी कि कितना आप अराउंड इसमें कैश वगैरह बता रहे हैं, तो उन्होंने बताया कि सर अप्रॉक्सीमेटली 2 करोड़ के आसपास हो सकता है। तो इस गाड़ी को सीज करके उसी समय और FST टीम को, जैसे कि हमारा प्रोटोकॉल रहता है, FST टीम को मौके पर बुला के उनकी प्रेजेंस में इस गाड़ी को थाने लाया गया और थाने के बाद इसकी वीडियोग्राफी करने के बाद और वीडियोग्राफी की प्रेजेंस में फिर इस कैश को रिकवर करके और फिर इसको गिना गया। जो अभी तक इन्फॉर्मेशन निकल के आ रही है, ये 2 करोड़ के आसपास कैश रिकवर हुआ है गाड़ी ईसुजू से। और एज पर प्रोटोकॉल आगे जो रहेगा, जो भी सीज हुआ है उसका एक सीजर रिपोर्ट बनेगा। वो सीजर रिपोर्ट की कॉपी इनकम टैक्स अथॉरिटी को जाएगी, क्योंकि इलेक्शन मैंडेट बोलता है कि 10 लाख से ऊपर का अगर आपका सीजर है तो उसकी रिपोर्ट इनकम टैक्स अथॉरिटी को दी जाती है। सर ये बंदे कौन थे, ये कहाँ से आ रहे थे, कहाँ जा रहे थे? देखिए, जो अभी प्रिलिमिनरी इन्वेस्टिगेशन में आया है, ये बंदे चंडीगढ़ के रहने वाला था। चंडीगढ़ से ये जम्मू की तरफ ट्रैवल कर रहा था। बाकी की जो डिटेल इन्फॉर्मेशन है वो अभी सब्सिक्वेंट अपॉन दी इंक्वायरी वो आपको दे दी जाएगी। ਪਠਾਨਕੋਟ ਸ਼ਹਿਰ ਵਿੱਚੋਂ ਗੁਜ਼ਰਦਿਆਂ ਤੇਜ਼ ਰਫ਼ਤਾਰ ਬੱਸਾਂ ਤੋਂ ਪਠਾਨਕੋਟ ਵਾਸੀ ਅਤੇ ਆਸ-ਪਾਸ ਦੇ ਦੁਕਾਨਦਾਰ ਕਾਫੀ ਪਰੇਸ਼ਾਨ ਹਨ। ਇਸ ਲਈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਬੱਸ ਚਾਲਕਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਬੱਸ ਸਟੈਂਡ ਤੋਂ ਬਾਹਰ ਸਪੀਡ ਬ੍ਰੇਕਰ ਬਣਾਏ ਜਾਣ, ਤਾਂ ਜੋ ਇਹ ਬੱਸਾਂ ਤੇਜ਼ ਰਫ਼ਤਾਰ ਇੱਥੋਂ ਨਾਲ ਲੰਘ ਸਕਣ, ਕਿਉਂਕਿ ਇਸ ਦੇ ਨਾਲ ਕਈ ਹਾਦਸੇ ਵਾਪਰਦੇ ਹਨ। ਇਸ ਸੰਬੰਧੀ ਜਦੋਂ ਟ੍ਰੈਫਿਕ ਪੁਲਿਸ ਅਤੇ ਪੰਜਾਬ ਰੋਡਵੇਜ਼ ਦੇ GM ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਹਿਦਾਇਤ ਕੀਤੀ ਹੈ ਕਿ ਬੱਸਾਂ ਨੂੰ ਤੇਜ਼ ਨਾ ਲਿਆਂਦਾ ਜਾਵੇ, ਪਰ ਕਈ ਪ੍ਰਾਈਵੇਟ ਬੱਸ ਚਾਲਕ ਇੱਥੋਂ ਤੇਜ਼ ਰਫ਼ਤਾਰ ਗੱਡੀਆਂ ਕੱਢਦੇ ਹਨ, ਜੋ ਕਿ ਖਤਰਨਾਕ ਸਾਬਤ ਹੋ ਸਕਦੀਆਂ ਨੇ।
ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਜਿਹੜੇ ਬੱਸ ਸਟੈਂਡ ਤੋਂ ਬਾਹਰ ਬੱਸਾਂ ਨਿਕਲਦੀਆਂ, ਇੱਕ ਤੇ ਉਹ ਕਿਤਨੀ ਦੇਰ 5-5 ਮਿੰਟ ਸੜਕ ਦੇ ਵਿੱਚ ਬਿਲਕੁਲ ਬੱਸ ਲਗਾ ਕੇ ਖੜੇ ਰਹਿੰਦੇ ਆ। ਦੂਸਰਾ, ਜਦੋਂ ਇੱਥੋਂ ਚੱਲਦੇ ਆ ਉਹ ਬੜੀ ਸਪੀਡ ਦੇ ਨਾਲ ਜਾਂਦੇ ਆ। ਅੱਗੇ ਬੱਚਿਆਂ ਦੇ ਛੋਟੇ ਬੱਚਿਆਂ ਦਾ ਸਕੂਲ ਵੀ ਆ। ਕਿਰਪਾ ਕਰਕੇ ਮੇਰੀ ਇਹੀ ਪ੍ਰਸ਼ਾਸਨ ਅੱਗੇ, ਟ੍ਰੈਫਿਕ ਇੰਚਾਰਜਾਂ ਅੱਗੇ, ਸਭੀ ਅੱਗੇ ਮੇਰੀ ਡਿਮਾਂਡ ਹੈ ਕਿ ਇਹ ਬੱਸਾਂ ਦੀ ਸਪੀਡ ਘੱਟ ਕੀਤੀ ਜਾਵੇ, ਇਹਨਾਂ ਦੇ ਉੱਤੇ ਕੋਈ ਕੰਟਰੋਲ ਕੀਤਾ ਜਾਵੇ ਤਾਂ ਕਿ ਜਿਹੜੇ ਐਕਸੀਡੈਂਟ ਹੋਣ ਤੋਂ ਬਚਾਅ ਹੋ ਸਕੇ। ਔਰ ਇਹ ਜਿਹੜੇ ਬੱਸ ਸੜਕ ਦੇ ਵਿੱਚ ਖਿਲਾਰ ਕੇ ਖੜੇ ਰਹਿੰਦੇ ਆ, ਇਹਦੇ ਨਾਲ ਸਾਰੀ ਟ੍ਰੈਫਿਕ ਜਾਮ ਲੱਗ ਜਾਂਦਾ। ਇਸ ਕਰਕੇ ਮੇਰੀ ਸਭੀ ਅੱਗੇ ਪ੍ਰਸ਼ਾਸਨ ਅੱਗੇ ਅਪੀਲ ਹੈ ਕਿ ਇਹਨਾਂ ਦੇ ਉੱਤੇ ਨੱਥ ਪਾਈ ਜਾਵੇ। ਦੇਖੋ, ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ। ਤੁਹਾਡੇ ਥਰੂ ਮੈਂ ਸਮੂਹ ਜਿੰਨੇ ਬੱਸ ਡਰਾਈਵਰ ਨੇ ਜਾਂ ਆਟੋ ਡਰਾਈਵਰ ਨੇ ਉਹਨਾਂ ਨੂੰ ਇੱਕ ਅਪੀਲ ਹੈ ਤੇ ਨਾਲ ਹਦਾਇਤ ਵੀ ਹੈ ਵੀ ਜਿੱਥੇ ਵੀ ਸਕੂਲ ਹੈ ਉੱਥੋਂ ਆਪਣੀ ਉਹ ਸਪੀਡ ਮਿਨੀਮਮ ਸਪੀਡ ਦੇ ਲੰਘਣ, ਕਿਉਂਕਿ ਬੱਚਿਆਂ ਦੇ ਸੰਬੰਧ ਵਿੱਚ ਜ਼ੀਰੋ ਰਿਸਕ ਹੈ। ਮਤਲਬ ਜ਼ੀਰੋ ਰਿਸਕ ਵੀ ਜਿਹੜਾ ਮਤਲਬ 1% ਰਿਸਕ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜਿੱਥੇ ਕਿਤੇ ਵੀ ਇਹ ਮਤਲਬ ਕਿਸੇ ਬੱਸ ਡਰਾਈਵਰ ਦੀ ਜਿਹੜੀ ਹੈ ਗਲਤੀ ਪਾਈ ਗਈ ਤੇ ਬੰਦੀ ਕਾਰਵਾਈ ਕੀਤੀ ਜਾਏਗੀ। ਇਸ ਕਰਕੇ ਜਿੱਥੇ ਵੀ ਸਕੂਲ ਨੇ ਉੱਥੇ ਬੱਸ ਡਰਾਈਵਰ, ਆਟੋ ਡਰਾਈਵਰ, ਮਿੰਨੀ ਬੱਸ ਆਪਣੀ ਸਪੀਡ ਜਿਹੜੀ ਹੈ ਬਿਲਕੁਲ ਮਿਨੀਮਮ ਰੱਖਣ ਤਾਂ ਜੋ ਜਿਹੜੀ ਸਕੂਲੀ ਬੱਚੇ ਆਪਣੀ ਉਹਨਾਂ ਦੀ ਸੇਫ ਜਿਹੜਾ ਮਤਲਬ ਸੇਫ ਪੈਸੇਜ ਬਣ ਸਕੇ। ਹਾਂ, ਉਹਨਾਂ ਨੂੰ ਸਮੇਂ-ਸਮੇਂ ਤੇ ਰੋਕ ਕੇ ਚੈੱਕ ਕਰਦੇ ਰਹੀਦਾ। ਤੇ ਇਸ ਤੋਂ ਇਲਾਵਾ ਜਿਹੜੇ ਸਕੂਲ ਦੀਆਂ ਬੱਸਾਂ ਨੇ ਉਹਨਾਂ ਨੂੰ ਵੀ ਦੁਬਾਰਾ ਹਦਾਇਤ ਕੀਤੀ ਜਾਂਦੀ ਹੈ ਤੇ ਸਕੂਲ ਦੇ ਆਟੋ ਵੀ ਉੱਥੇ ਆਪਣਾ ਉਹ ਜਿਹੜਾ ਫਾਇਰ ਇੰਸਟਰੂਮੈਂਟ ਹੈ, ਅੱਗ ਬੁਝਾਉਣ ਵਾਲਾ ਯੰਤਰ ਹੈ ਜਾਂ ਫਸਟ ਏਡ ਹੈ, ਉਹਨੂੰ ਪੂਰਾ ਕਰਕੇ ਰੱਖਣ ਤਾਂ ਜੋ ਸਕੂਲੀ ਬੱਚੇ ਆਪਣੀ ਸੇਫ, ਉਹਨਾਂ ਦੇ ਮਾਪੇ ਵੀ ਜਿਹੜੇ ਇਸ ਸੰਬੰਧ ਟੈਨਸ਼ਨ ਫਰੀ ਰਹਿਣ ਤੇ ਆਪਣੇ ਬੱਚਿਆਂ ਨੂੰ ਸਕੂਲ ਭੇਜ ਸਕਣ। ਦੀਨਾਨਗਰ ਦੇ ਪਿੰਡ ਚੰਦਰਪਾਨ ਵਿਖੇ ਕਿਸਾਨਾਂ ਵੱਲੋਂ ਕਿਸਾਨ ਮਹਾਪੰਚਾਇਤ ਕਰਵਾਈ ਗਈ ਹੈ। ਇਸ ਵਿੱਚ ਕਿਸਾਨ ਆਗੂ ਚੌਧਰੀ ਰਾਕੇਸ਼ ਟਕੈਤ, ਹਰਵਿੰਦਰ ਸਿੰਘ ਲੱਖੋਵਾਲ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਰਾਕੇਸ਼ ਟਕੈਤ ਨੇ ਕਿਹਾ ਕਿ ਐਮਐਸਪੀ ਅਤੇ ਫਸਲਾਂ ਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਕੋਈ ਫੈਸਲਾ ਨਹੀਂ ਲੈ ਰਹੀ ਹੈ, ਜਿਸ ਕਾਰਨ ਫਿਰ ਤੋਂ ਜਲਦ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਅਗਰ ਸਰਕਾਰਾਂ ਕੋਲੋਂ ਆਪਣੇ ਹੱਕ ਲੈਣੇ ਹਨ ਤਾਂ ਫਿਰ ਤੋਂ ਇਕਜੁੱਟ ਹੋਣਾ ਪਵੇਗਾ। ਜਦ ਤੱਕ ਕੇਂਦਰ स्वामीनाथन रिपोर्ट लागू नहीं करेगी तब तक किसान ਨੂੰ कोई फायदा नहीं मिल पाएगा। देश में पूर्व पश्चिम हवा चलती है, इधर की हवा के यहाँ से दिल्ली वाले डायरेक्शन में हवा चले जा वो जाती नहीं। ये पोल्यूशन ज़्यादातर इंडस्ट्रीज और गाड़ियों का होता है दिल्ली के अंदर जो भी हो। और जब मौसम चेंज होता है, ठंड आती है, तो उस टाइम पे वो वहाँ पे इकट्ठा होता है, तो दिल्ली का पोल्यूशन हो जाता है, पुराली का नहीं है। और बगैर धान इसके पुराली के धान कैसे पैदा होगा चोरना, वो सरकार बतावे, उनके साइंटिस्ट बतावे। लोग तो ठीक है भाई, सिसोली जहाँ से आंदोलन चल रहा 17 तारीख की मीटिंग होया करे थी, मेजर आसाराम थे, वो एक दिन अकेले आए, अकेले ही बैठ कर चले गए। तो कहाँ है, काम का टाइम है, इतने लोग आ गए तो बहुत है। इतने लोग भी ऐसे टाइम पे ये रैली थोड़ा 2 दिन पहले प्रोग्राम दिया तो बहुत पब्लिक आई है। 12 लगा। एमएसपी गारंटी कानून देश में बने, भारत सरकार बनाएगी। स्वामीनाथन कमेटी की रिपोर्ट, उसके लिए पूरे देश भर में जाएंगे। दूध, फल, सब्जी, इस पर भी एमएसपी लागू हो, स्वामीनाथन कमेटी की रिपोर्ट लागू हो। बिजली अमेंडमेंट बिल जो भारत सरकार लेकर आ गई उसको वापसी ले, ये समझौते में तय हुआ था। इसके लिए पूरे देश भर में जाएंगे। अभी सीड बिल लेकर आ रही है, जेनेटिकली मॉडिफाइड सीड लेकर आ रही है, जो अभी सरसों के ऊपर ध्यान में ट्रायल करने के लिए हम उसका विरोध करेंगे। ਗੋਪਾਲ ਅਸ਼ਟਮੀ ਦਾ ਤਿਉਹਾਰ 1 ਨਵੰਬਰ ਤੋਂ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸ ਲਈ ਵੱਖ-ਵੱਖ ਥਾਵਾਂ ਅਤੇ ਗਊਸ਼ਾਲਾਵਾਂ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਉੱਥੇ ਹੀ ਗੋਪਾਲ ਅਸ਼ਟਮੀ ਦੇ ਮੌਕੇ ਤੇ ਪਠਾਨਕੋਟ ਸ਼ਹਿਰ ਵਿੱਚ ਗਊ ਸੇਵਕਾਂ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਹਲਕਾ ਸੁਜਾਨਪੁਰ ਤੋਂ ਇੰਚਾਰਜ ਅਮਿਤ ਸਿੰਘ ਮੰਟੂ ਨੇ ਕੀਤੀ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਗਊਸ਼ਾਲਾਵਾਂ ਤੇ ਸੇਵਾਦਾਰਾਂ ਨੇ ਇੱਕ ਥਾਂ ਇਕੱਠੇ ਹੋ ਕੇ ਇਸ ਸ਼ੋਭਾ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਹੈ। ਗਊ ਮਾਤਾ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਝਾਂਕੀਆਂ ਸ਼ੋਭਾ ਯਾਤਰਾ ਵਿੱਚ ਖਿੱਚ ਦਾ ਕੇਂਦਰ ਰਹੀਆਂ। ਇਹ ਸ਼ੋਭਾ ਯਾਤਰਾ ਪਠਾਨਕੋਟ ਦੇ ਗੋਪਾਲ ਧਾਮ ਗਊਸ਼ਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ਤੋਂ ਹੁੰਦੀ ਹੋਈ ਗੋਪਾਲ ਧਾਮ ਗਊਸ਼ਾਲਾ ਵਿਖੇ ਹੀ ਸਮਾਪਤ ਹੋਈ। ਅਸ਼ਟਮੀ ਦੇ ਉੱਪਰ ਜਿਹੜਾ ਪਠਾਨਕੋਟ ਗਊਸ਼ਾਲਾ ਜਿਹੜੀ ਜਿਹੜਾ ਧਾਮ, ਇਹਦੇ ਉੱਪਰ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਸੰਮਤੀ ਦੇ ਮੈਂਬਰ ਹੈ
ਇਹ ਸੇਵਾ ਕਰ ਰਹੇ ਹੈ, ਜਿਹਦੀ ਸਾਡੀ ਗਊ ਮਾਤਾ ਹੈ, ਇਹ ਇੱਕ ਬਹੁਤ ਪੁੰਨ ਦੀ ਗੱਲ ਹੈ। ਔਰ ਕਾਫੀ ਸਾਲਾਂ ਤੋਂ ਮੈਂ ਦੇਖ ਰਿਹਾ ਜਿਹੜੇ ਵੀ ਸੇਵਾ ਸਮਿਤੀ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਹੈ, ਇਹਦੇ ਕਾਫੀ ਸਾਡੇ ਪਠਾਨਕੋਟ ਦੇ ਜਿਹੜੇ ਸੱਜਣ ਸਾਡੀਆਂ ਮਾਤਾ ਭੈਣਾਂ ਇਹਦੇ ਨਾਲ ਜੁੜੇ ਹੋਏ ਨੇ। ਔਰ ਅੱਜ ਇਸ ਪ੍ਰੋਗਰਾਮ ਦੇ ਉੱਪਰ ਜਿਹੜੀ ਗਊਸ਼ਾਲਾ ਵਿੱਚ ਜਿਹੜਾ ਅੱਜ ਸ਼ੋਭਾ ਯਾਤਰਾ ਜਿਹੜਾ ਨਿਕਲਣੀ ਹੈ, ਉਹਦੇ ਵਿੱਚ ਅੱਜ ਮੈਨੂੰ ਜਿਹੜੀ ਇਸ ਸਮਿਤੀ ਨੇ ਇੱਥੇ ਬੁਲਾਇਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਪਠਾਨਕੋਟ ਦੇ ਜਿੰਨੇ ਵੀ ਸਾਡੇ ਦਾਨੀ ਸੱਜਣ ਹੈ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਇਸ ਤਰ੍ਹਾਂ ਦਾ ਜਿਹੜੇ ਵੀ ਕੋਈ ਗਊਸ਼ਾਲਾ ਪੁੰਨ ਦੇ ਕੋਈ ਕੰਮ ਹੋਣ, ਸਾਨੂੰ ਅੱਗੇ ਵੱਧ ਚੜ੍ਹ ਕੇ ਉਹਦੇ 'ਚ ਹਿੱਸਾ ਲੈਣਾ ਚਾਹੀਦਾ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੀ ਹਿੰਦੂ ਸਮਾਜ ਦੀ ਜਿਹੜੀ ਰੀਤੀ ਰਿਵਾਜ ਹੈ, ਇਹ ਉਹਦੇ ਵਿੱਚ ਮੇਨ ਹੈ ਜਿਹੜੀ ਗਊਸ਼ਾਲਾ, ਇਹਦੀ ਸੇਵਾ ਕਰਨਾ ਇੱਕ ਬਹੁਤ ਵੱਡਾ ਪੁੰਨ ਹੈ। ਸੋ ਮੈਂ ਅੱਜ ਫਿਰ ਤੋਂ ਜਿੰਨੇ ਵੀ ਸਾਡੇ ਇਸ ਸਮਿਤੀ ਦੇ ਮੈਂਬਰ ਸਾਹਿਬਾਨ ਹੈ, ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਸਾਰੇ ਇਸ ਗਊਸ਼ਾਲਾ ਦੇ ਜੁੜੇ ਹੋਏ ਨੇ। ਔਰ ਆਸ ਕਰਦਾ ਵੀ ਦਾਨੀ ਸੱਜਣਾਂ ਨੂੰ ਵੀ ਵੱਧ ਤੋਂ ਵੱਧ ਇਸ ਸਮਿਤੀ ਦੀ ਜਿਹੜੀ ਮਦਦ ਕਰਨ, ਤਾਂ ਜੋ ਜਿਹੜੀ ਸਾਡੀ ਗਊਸ਼ਾਲਾ ਹੈ ਔਰ ਸਾਡੀ ਗਊ ਮਾਤਾ ਹੈ, ਇਹਦੀ ਅਸੀਂ ਵੱਧ ਤੋਂ ਵੱਧ ਰੱਖਿਆ ਕਰ ਸਕੀਏ। ਅੱਜ ਗੋਪਾਲ ਧਾਮ ਗਊਸ਼ਾਲਾ ਲਈ ਬੜਾ ਹੀ ਖੁਸ਼ੀ ਦਾ ਦਿਨ ਹੈ ਕਿ ਅੱਜ ਗੋਪਾ ਅਸ਼ਟਮੀ ਦੇ ਉਪਲਕਸ਼ ਸਾਰੇ ਸ਼ਹਿਰ ਵਾਸੀਆਂ ਦੇ, ਸਾਰੇ ਗਊ ਭਗਤਾਂ ਦੇ ਪ੍ਰਯਾਸ ਨਾਲ ਅੱਜ ਭव्य ਸ਼ੋਭਾ ਯਾਤਰਾ ਦਾ ਨਿਕਲਣ ਜਾ ਰਹੇ ਹਾਂ। ਉਹਦੇ ਵਿੱਚ ਗਊ ਸੇਵਾ ਸਮਿਤੀ, ਗਊ ਸੇਵਾ ਸੰਗਠਨ, ਕਾਮਧੇਨੂ ਗਊਸ਼ਾਲਾ, ਬਲਕਿ ਜ਼ਿਲ੍ਹੇ ਦੀਆਂ ਸਾਰੀਆਂ ਹੀ ਜਿੰਨੀਆਂ ਗਊਸ਼ਾਲਾ ਉਹਨਾਂ ਦਾ ਸਹਿਯੋਗ ਹੈ, ਸਾਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਹੈ। ਤੇ ਅਸੀਂ ਜਿਹੜੀ ਗੋਪਾਲ ਧਾਮ ਗਊਸ਼ਾਲਾ ਤੋਂ ਸ਼ੁਰੂ ਕਰਕੇ ਸਾਰੇ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚ ਘੁੰਮਦੇ ਹੋਏ ਦੁਬਾਰਾ ਅਸੀਂ ਗੋਪਾਲ ਧਾਮ ਗਊਸ਼ਾਲਾ 'ਚ ਉਹਦਾ ਸਮਾਪਨ ਕਰਾਂਗੇ। ਅੱਜ ਦੇ ਜਿਹੜੇ ਮੁੱਖ ਮਹਿਮਾਨ ਸ਼੍ਰੀ ਮੋਂਟੂ ਜੀ ਸੁਜਾਨਪੁਰ ਤੋਂ ਆਮ ਆਦਮੀ ਦੇ ਹਲਕਾ ਇੰਚਾਰਜ, ਉਹ ਸਾਡਾ ਸ਼ੁਭ ਆਰੰਭ ਕਰਨ ਜਾ ਰਹੇ ਹੈ। ਅਸੀਂ ਗਊ ਸੇਵਾ ਸਮਿਤੀ ਦੇ ਸਾਰੇ ਸਦੱਸਿਆਂ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਸਵਾਗਤ ਕਰਦੇ ਹਾਂ। ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਇੱਕ ਹਾਦਸਾ ਵਾਪਰ ਗਿਆ ਹੈ। ਆਰਮੀ ਦੀ ਇੱਕ ਗੱਡੀ ਹਾਦਸਾਗ੍ਰਸਤ ਹੋ ਗਈ। ਹਾਲਾਂਕਿ ਇਸ ਹਾਦਸੇ 'ਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਫਿਲਹਾਲ ਆਰਮੀ ਦੀ ਗੱਡੀ ਕਾਫੀ ਨੁਕਸਾਨੀ ਗਈ ਹੈ ਅਤੇ ਆਰਮੀ ਦੀ ਕਾਨਵਾਈ ਦਾ ਇੱਕ ਟਰੱਕ ਸੜਕ ਦੇ ਡਿਵਾਈਡਰ ਤੇ ਚੜ ਗਈ। नमस्कार जी, दैनिक सवेरा टीवी देख रहे दर्शकों का स्वागत है। मैं हाँ रोहित महाजन। इस वेले की वड्डी खबर तुहानूं दस्सण जा रहे हैं कि गुरदासपुर अमृतसर नैशनल हाईवे के उपर आर्मी की एक गड्डी का एक्सीडेंट होया है। इस हाले कि इस एक्सीडेंट के विच कोई वड्डा नुकसान तो नहीं होया, पर इस दे वल्लों जदों अहीं आला अधिकारियों नाल गल करन दी कोशिश कीती है तो उन्होंने इसनूं कवरेज करन तो भी मना कर दिता, क्योंकि आर्मी की गड्डी है, इसका इशू बन सकता है। पर ये जिहड़ा हादसा होया इस दे विच आर्मी की गड्डी तुसीं देख सकते हो तस्वीरां दे विच जिहड़े दो टायर ने उस दे हाईवे दे डिवाइडर नूं क्रॉस करते हुए ऊपर जाके चढ़े हुए ने। कोई वड्डा हादसा हो सकता सी। कानवाई ये जा रही सी गुरदासपुर तो अमृतसर की तरफ, पर यह हादसा कुछ ही समय पहले होया है। हालांकि ये जिहड़ा रोड है काफ़ी ज़्यादा हाईवे के उपर इत्थे जिहड़ी ट्रैफिक है बहुत ज़्यादा रहिंदी है, कर्व है, इत्थे मोड़ बहुत तिक्का है। ये हुण हादसा की कारण सीगा जिहड़ा ये हादसा वापरिया, की कोई गलती सीगी या ये हादसा जिहड़ा अचनचेत वापरिया, क्योंकि मोड़ बहुत तिखा है। आर्मी की गड्डी है, कानवाई जिहड़ी तस्वीरां जिहड़ियां तुसीं पिछे देख रहे हो कुछ ही समय पहले, हालांकि जिहड़े ने किन्ना क समा पहले इत्थे हादसा होया। कुछ लोकल जिहड़े इत्थे लोग ने वो भी मौजूद ने, उन्हां को भी जानने की कोशिश करते हैं कि की गलबात जिहड़ी हुई है जिहड़े इत्थे रहने वाले ने। हाँ जी, की नाम है भाई तुहाडा? अशोक कुमार जी। ये हादसा किन्ना क समा पहले होया? ये अद्धा घंटा पहला जी। की होया की तुसीं देखिया? कोई ਅਸੀਂ ਜਾ ਕੇ ਪੁੱਛਿਆ ਹੀ ਆ ਦੁਕਾਨ ਤੇ ਆ ਤੇ ਜਾ ਕੇ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਕੋਈ ਡਰਾਈਵਰ ਨੂੰ ਨੀਂਦਰ ਦੀ ਝੋਕ ਲੱਗੀ ਆ ਤੇ ਉਹਦੇ ਨਾਲ ਹੋਇਆ। ਸੋ ਇੱਕ ਇੱਥੇ ਦੇਖੋ ਕਿ ਇੱਕ ਵੱਡੀ ਗੱਲ ਆ, ਆਖਿਰ ਨੀਂਦ ਦੀ ਇੱਕ ਝੋਂਕ ਲੱਗਣ ਦੇ ਕਾਰਨ ਆਰਮੀ ਦੀ ਗੱਡੀ ਹੈ ਕੋਈ ਵੱਡਾ ਹਾਦਸਾ ਵੀ ਹੋ ਸਕਦਾ। ਹਾਲੇ ਕਿ ਗਨੀਮਤ ਇਹ ਰਹੀ, ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਿਹੜਾ ਵੱਡਾ ਨੁਕਸਾਨ ਹੈ ਉਹ ਹੋਣ ਤੋਂ ਬਚ ਗਿਆ। ਹਾਲਾਂਕਿ ਜਿਹੜੇ ਆਲਾ ਅਧਿਕਾਰੀ ਮੌਕੇ ਤੇ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰਨ ਤੋਂ ਮਨਾ ਕਰ ਦਿੱਤਾ ਹੈ ਕਿ ਨਾਰਮਲ ਹੈ, ਕੋਈ ਗੱਲ ਨਹੀਂ ਹੈ। ਪਰ ਹਾਈਵੇ ਦੇ ਉੱਪਰ ਐਕਸੀਡੈਂਟ ਹੋਇਆ, ਕਿਤੇ ਨਾ ਕਿਤੇ ਨੁਕਸਾਨ ਵੀ ਜਿਹੜਾ ਇਸ ਦਾ ਹੋ ਸਕਦਾ ਸੀ ਵੱਡਾ, ਪਰ ਜਿਹੜਾ ਪਰਮਾਤਮਾ ਦੀ ਕਿਰਪਾ ਦੇ ਨਾਲ ਇੱਕ ਵੱਡਾ ਹਾਦਸਾ ਆਰਮੀ ਦੀ ਗੱਡੀ ਜਿਹੜੀ ਹੈ, ਹਾਲਾਂਕਿ ਉਸ ਦੇ ਵਿੱਚ ਜੋ ਹੈ ਲੋਡਿੰਗ ਵੀ ਸੀਗੀ ਕੁਝ ਸਮਾਨ ਦੀ। ਆਲਾ ਅਧਿਕਾਰੀ ਮੌਕੇ ਤੇ ਪਹੁੰਚੇ ਨੇ। ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਣਗੇ ਉਸ ਸਮੇਂ ਮੌਕੇ ਦੀਆਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਨੁਕਸਾਨ ਜਿਹੜਾ ਵੱਡਾ ਜਿਹੜਾ ਇੱਕ ਹੋ ਸਕਦਾ ਸੀਗਾ, ਪਰ ਉਸ ਦਾ ਜਿਹੜਾ ਬਚਾਵ ਹੈ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਹੋ ਗਿਆ। ਹਾਲਾਂਕਿ ਜਿਹੜੇ ਲੋਕ ਉੱਥੇ ਗਏ ਸਨ ਉਹਨਾਂ ਨੂੰ ਇਹੀ ਦੱਸਿਆ ਗਿਆ ਸੀਗਾ ਕਿ ਡਰਾਈਵਰ ਨੂੰ ਜਿਹੜੀ ਹੈ ਨੀਂਦ ਦੀ ਝਪਕੀ ਆਉਣ ਦੇ ਕਾਰਨ ਜਿਹੜਾ ਇਹ ਹਾਦਸਾ ਜਿਹੜਾ ਵਾਪਰਿਆ। ਤਾਂ ਇਹ ਸੀ ਸਵੇਰਾ ਸਿਟੀ ਪਠਾਨਕੋਟ ਤੇ ਤੁਸੀਂ ਦੇਖਿਆ ਮੁੱਖ ਖਬਰਾਂ ਤੇ ਹੋਰ ਬਥੇਰੀ ਜਾਣਕਾਰੀ ਲਈ ਤੁਸੀਂ ਬਣੇ ਰਹੋ ਸਵੇਰਾ ਸਿਟੀ ਪਠਾਨਕੋਟ ਨਾਲ।
ਮੱਖੀਆਂ ਮਾਰੀ ਜਾਂਦੇ ਪਿਓ ਤੁਸੀਂ। ਉਹ ਭਾਜੀ ਮੱਖੀਆਂ ਹੀ ਮਾਰਨੀਆਂ। ਵਾਈਟ ਡਾਇਮੰਡ ਕੈਲੀਫੋਰਨੀਆ ਵਾਲੇ ਡਰਾਈ ਫਰੂਟ ਦਾ ਸਾਰਾ ਗਾਹ ਖਿੱਚ ਕੇ ਲੈ ਗਏ। ਸਾਡੀ ਐਤਕੀ ਦੀਵਾਲੀ ਲੱਗੀ ਨਹੀਂ। ਕਰਦਾ ਆਇਆ ਹੋਰ ਵਾਕਈ ਹਾਲ ਤੇ ਮਾੜਾ ਹੀ ਹੈ। ਹੈਲੋ ਹਾਂਜੀ ਵਾਈਟ ਡਾਇਮੰਡ ਤੋਂ ਬੋਲ ਰਹੇ ਜੀ? ਹਾਂਜੀ ਮੈਂ ਵਾਈਟ ਡਾਇਮੰਡ ਤੋਂ ਬੋਲ ਰਿਹਾ ਜੀ। ਉਹ ਭਾਜੀ ਕਿੰਨਾ ਸਸਤਾ ਮਾਲ ਵੇਚਦੇ ਪਿਓ, ਕੀ ਬਣੇਗਾ ਸਾਡਾ? ਮੇਰਾ ਮਕਸਦ ਹੈ ਕਿ ਮੈਂ ਜਨਤਾ ਨੂੰ ਰੀਜ਼ਨੇਬਲ ਪ੍ਰਾਈਸਿਸ ਤੇ ਚੰਗਾ ਮਾਲ ਪ੍ਰੋਵਾਈਡ ਕਰਾਂ। ਜਿਸ ਰੇਟ ਤੇ ਤੁਸੀਂ ਵੇਚਦੇ ਪਏ ਨਾ ਉਸ ਰੇਟ ਤੇ ਤੁਹਾਨੂੰ ਕਾਸਟ ਵੀ ਨਹੀਂ ਕਰਦਾ। ਮੈਂ ਜੀ ਕੈਲੀਫੋਰਨੀਆ ਦੇ ਵਿੱਚ ਖੁਦ ਸਾਰਾ ਮਾਲ ਖੇਤੀ ਆਪ ਕਰਦਾ, ਅਸੀਂ ਆਪ ਪੈਦਾ ਕਰਦੇ ਹਾਂ ਤਾਂ ਡਾਇਰੈਕਟਲੀ ਇੱਥੇ ਵਾਈਟ ਡਾਇਮੰਡ ਤੇ ਲਿਆ ਕੇ ਅਸੀਂ ਵੇਚਦੇ ਹਾਂ। ਭਾਜੀ ਅਸੀਂ ਕਿੱਥੋਂ ਰੋਟੀ ਖਾਵਾਂਗੇ, ਸਾਡਾ ਵੀ ਕੁਝ ਸੋਚੋ ਨਾ। ਦੇਖੋ ਜੀ ਤੁਸੀਂ ਸਾਡੇ ਕੋਲੋਂ ਹੋਲਸੇਲ 'ਚ ਮਾਲ ਖਰੀਦੋ, ਚੰਗਾ ਮਾਲ ਖਰੀਦੋ ਤੇ ਜਨਤਾ ਨੂੰ ਚੰਗਾ ਮਾਲ ਪ੍ਰੋਵਾਈਡ ਕਰੋ ਤਾਂ ਉਹ 'ਚ ਤੁਹਾਡਾ ਵੀ ਫਾਇਦਾ ਹੋਏਗਾ ਤਾਂ ਜਨਤਾ ਦਾ ਵੀ ਫਾਇਦਾ ਹੋਏਗਾ। ਆਪਾਂ ਹੁਣੇ ਆਏ ਜੀ। ਕੀ ਕਹਿੰਦੇ? ਗੱਲ ਹੀ ਬਣ ਗਈ। ਉਹ ਵਾਈਟ ਡਾਇਮੰਡ ਵਾਲੇ ਕਹਿੰਦੇ ਨੇ ਕਿ ਅਸੀਂ ਹੋਲਸੇਲ ਦਾ ਕੰਮ ਵੀ ਕਰਦੇ ਹਾਂ, ਤੁਸੀਂ ਸਾਡੇ ਕੋਲ ਡਰਾਈ ਫਰੂਟ ਲਓ, ਲੋਕਾਂ ਨੂੰ ਵੇਚੋ ਤੇ ਆਪਣਾ ਪ੍ਰੋਫਿਟ ਕਮਾਓ। ਆਓ ਚਲਿਏ ਫਿਰ। ਚਲੋ ਐ ਸਾਡੇ ਹੋਲ ਕਿਸ ਕੰਮ ਛੁੱਟੋ ਨਾ। ਇਹ ਇੱਕ ਹੋਰ ਵੀ ਮਾਫੀਆ ਹੈ। ਜੇਕਰ ਇਨਕੁਆਇਰੀ ਹੋਊਗੀ ਤਾਂ ਇੱਕ ਕੇਬਲ ਮਾਫੀਆ ਵੀ ਆਊਗਾ ਬਹੁਤ ਵੱਡਾ ਤੇ ਕਿਸੇ ਨੂੰ ਬੀੜ ਦੇਣ ਹੀ ਨਹੀਂ ਦਿੱਤਾ ਗਿਆ ਕਿਉਂਕਿ ਨਿੱਜੀ ਤੌਰ ਤੇ ਖਰੀਦਣਾ ਸੀਗਾ। ਵਿਧਾਨ ਸਭਾ 'ਚ ਗੂੰਜਿਆ ਕੇਬਲ ਮਾਫੀਆ ਦਾ ਮੁੱਦਾ। ਕੁੰਵਰ ਵਿਜੇ ਪ੍ਰਤਾਪ ਨੇ ਚੁੱਕਿਆ ਮਸਲਾ। ਐਮਐਲਏ ਬੋਲੇ ਨਿੱਜੀ ਮੁਨਾਫੇ ਲਈ ਕਿਸੇ ਨੂੰ ਨਹੀਂ ਦਿੱਤੀ ਗਈ ਬਿੱਟ। ਹੁਣ ਸਰਕਾਰ ਕੱਸੇਗੀ ਕੇਬਲ ਮਾਫੀਆ ਤੇ ਸ਼ਿਕੰਜਾ। ਬੰਦ ਹੋਵੇਗੀ ਫਾਸਟਵੇ ਦੀ ਧੱਕੇਸ਼ਾਹੀ। ਮਾਨ ਸਰਕਾਰ ਨੇ ਕੀਤਾ ਸੀ ਕੇਬਲ ਮਾਫੀਏ ਦੇ ਖਾਤਮੇ ਦਾ ਵਾਅਦਾ। ਹੁਣ ਚੌਪਟ ਹੋਵੇਗਾ ਬਲੈਕਮੇਲਰਾਂ ਦਾ ਕਾਰੋਬਾਰ। ਕੇਬਲ ਆਪਰੇਟਰਾਂ ਨੂੰ ਇਕੱਠੇ ਕਰਕੇ ਇੱਕ ਸਿਆਸੀ ਪਾਰਟੀ ਨੂੰ ਵੋਟਾਂ ਪਾਉਣ ਲਈ ਕਹਿੰਦਾ ਸੀ ਫਾਸਟਵੇ। ਪੰਜਾਬ ਸਰਕਾਰ ਕੇਬਲ ਮਾਫੀਆ ਦੇ ਉੱਪਰ ਸ਼ਿਕੰਜਾ ਕੱਸਣ ਵੱਲ ਵਧ ਰਹੀ ਹੈ। ਇਸੇ ਲਈ ਅੱਜ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਗੂੰਜਿਆ। ਐਮਐਲਏ ਕੁੰਵਰ ਵਿਜੇ ਪ੍ਰਤਾਪ ਨੇ ਕੇਬਲ ਮਾਫੀਆ ਦੀ ਗੱਲ ਕੀਤੀ ਅਤੇ ਕਿਹਾ ਕਿ ਨਿੱਜੀ ਮੁਨਾਫੇ ਦੇ ਵਾਸਤੇ ਕਿਸੇ ਨੂੰ ਬਿੱਡ ਹੀ ਨਹੀਂ ਦਿੱਤੀ ਜਾ ਰਹੀ ਸੀ, ਜਿਸ ਦੇ ਉੱਪਰ ਜਲਦ ਕਾਰਵਾਈ ਦਾ ਭਰੋਸਾ ਵੀ ਦਿਵਾਇਆ ਗਿਆ ਹੈ ਤੇ ਜੋ ਫਾਸਟਵੇ ਧੱਕੇਸ਼ਾਹੀ ਕਰ ਰਿਹਾ ਸੀ ਉਹ ਵੀ ਬੰਦ ਹੋਵੇਗੀ। ਦੱਸਦੀ ਕਿ ਚੋਣਾਂ ਤੋਂ ਪਹਿਲਾਂ ਹੀ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹੋਰ ਮਾਫੀਆ ਦੇ ਨਾਲ-ਨਾਲ ਕੇਬਲ ਮਾਫੀਆ ਨੂੰ ਵੀ ਪੰਜਾਬ 'ਚੋਂ ਖਤਮ ਕੀਤਾ ਜਾਏਗਾ, ਜਿਸ ਦੇ ਨਾਲ ਕੇਬਲ ਆਪਰੇਟਰ ਅਤੇ ਗਾਹਕਾਂ ਦਾ ਫਾਇਦਾ ਹੋਏਗਾ ਤੇ ਲੋਕਾਂ ਨੂੰ ਸਸਤੀ ਕੇਬਲ ਮੁਹੱਈਆ ਹੋਵੇਗੀ। ਤੇ ਇਸੇ ਵਾਅਦੇ ਦੇ ਉੱਪਰ ਹੁਣ ਮਾਨ ਸਰਕਾਰ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਦੱਸਦੀ ਕਿ ਫਾਸਟਵੇ ਦੇ ਵੱਲੋਂ ਲਗਾਤਾਰ ਆਪਣੀ ਮੋਨੋਪੋਲੀ ਬਣਾ ਕੇ ਰੱਖੀ ਹੋਈ ਸੀ। ਕੇਬਲ ਆਪਰੇਟਰਾਂ ਨੂੰ ਇਕੱਠਾ ਕਰਕੇ ਚੋਣਾਂ ਦੇ ਦਿਨਾਂ ਦੇ ਵਿੱਚ ਇੱਕ ਸਿਆਸੀ ਪਾਰਟੀ ਨੂੰ ਵੋਟਾਂ ਪਾਉਣ ਲਈ ਵੀ ਕਿਹਾ ਜਾਂਦਾ ਸੀ, ਲੇਕਿਨ ਹੁਣ ਵਕਤ ਬਦਲ ਚੁੱਕਿਆ ਹੈ, ਸਰਕਾਰ ਬਦਲ ਚੁੱਕੀ ਹੈ ਤੇ ਹੁਣ ਕੇਬਲ ਮਾਫੀਆ ਦਾ ਖਾਤਮਾ ਹੋਣ ਜਾ ਰਿਹਾ ਹੈ। ਇਹ ਇੱਕ ਹੋਰ ਵੀ ਮਾਫੀਆ ਹੈ। ਜੇਕਰ ਇਨਕੁਆਇਰੀ ਹੋਊਗੀ ਤਾਂ ਇੱਕ ਕੇਬਲ ਮਾਫੀਆ ਵੀ ਆਊਗਾ ਬਹੁਤ ਵੱਡਾ ਤੇ ਕਿਸੇ ਨੂੰ ਬੀੜ ਦੇਣ ਹੀ ਨਹੀਂ ਦਿੱਤਾ ਗਿਆ ਕਿਉਂਕਿ ਨਿੱਜੀ ਤੌਰ ਤੇ ਖਰੀਦਣਾ ਸੀਗਾ। ब्यूरो रिपोर्ट दैनिक सवेरा टीवी। दैनिक सवेरा, नया सवेरा, नई खबर। हम रखते हैं दुनिया की खबर, हम लाते हैं देश की खबर, हर प्रदेश की खबर, हर धर्म हर विश्वास की खबर, कारोबारी दुनिया की खबर, खूबसूरती पे नजर, फिल्मी दुनिया की खबर, खेल कूद की खबर, कुछ खास खबर। दैनिक सवेरा, नया सवेरा, नई खबर। आज की ताजा खबर।